ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜਗਤ ਅਸਤ ਭਲੇ ਦ੍ਰਿੜ ਕੀਜੈ, ਸਤ ਆਤਮਾ ਏਕ ਜਨੀਜੈ। ਜਗਤ ਅਸਤ ਭਲੇ ਦ੍ਰਿੜ ਕੀਜੈ, ਸਤ ਆਤਮਾ ਏਕ ਜਨੀਜੈ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਚਰਨ ਸ਼ਰਨ ਚਲ ਜਾਏ ਸਿੱਖ, ਤਾ ਸਰਨ ਜਗਤ ਜਲ ਆਵੇ। ਸਤਿਗੁਰ ਆਗਿਆ ਸਤ ਸਤ ਕਰ ਮਾਨੈ ਗੁਰ ਸਿੱਖ, ਆਗਿਆ ਤਾਏ ਸਗਲ ਸੰਸਾਰ ਹਿਤਾਵੇ। ਸਤਿਗੁਰ ਸੇਵਾ ਪਾਏ ਪੂਜ ਕਰੇ ਗੁਰ ਸਿੱਖ, ਸਰਬ ਨਿਧਾਨ ਅਗਰਲੇ ਬੁਲਾਵੇ। ਸਤਿਗੁਰ ਸਿੱਖਿਆ ਦੀਖਿਆ ਹਿਰਦੈ ਪ੍ਰਵੇਸ਼ ਜਾਏ, ਤਾਕੀ ਸੀਖ ਸੁਨਤ ਪਰਮ ਪਦ ਪਾਵੇ। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨਿਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਗੁਰੂ ਬਾਬਾ ਜੀ ਜਗਤ ਜਲੰਧਰ ਦੀ ਸਾਰ ਕਰਦੇ ਹੋਏ ਇੱਕ ਇਹੋ ਜਿਹੇ ਇਲਾਕੇ ਦੇ ਵਿੱਚ ਪਹੁੰਚੇ, ਜਿੱਥੇ ਬੜੀ ਭਾਰੀ ਗਿਣਤੀ ਦੇ ਵਿੱਚ ਸ਼ਹਿਰ ਇਕੱਠੇ ਹੋ ਕਰਕੇ ਰਹਿ ਰਹੇ ਸੀ। ਕਾਫੀ ਲੰਮੇ ਸਮੇਂ ਤੋਂ ਜਦੋਂ ਪਤਾ ਲੱਗਿਆ ਵੀ ਇਹਨਾਂ ਨੇ ਤਾਂ 100 ਯੋਜਨ ਆਲੇ ਦੁਆਲੇ ਇਲਾਕੇ 'ਚ ਕੋਈ ਵੀ ਪਸ਼ੂ ਪੰਛੀ ਛੱਡੇ ਹੀ ਨਹੀਂ। ਖਾ ਖਾ ਕਰਕੇ ਰੋਈਆਂ ਬੀਆਬਾਨਾਂ ਸਾਰੇ ਖਾਲੀ ਕਰ ਦਿੱਤੇ ਸਨ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਸੋ ਇਸ ਨੂੰ ਜਿਹੜਾ ਹੈ ਨੇਪਾਲ ਦਾ ਇਲਾਕਾ ਕਥਨ ਕੀਤਾ ਹੈ। ਜਦੋਂ ਗੁਰੂ ਬਾਬਾ ਜੀ ਵੀ ਉਸੇ ਤਰ੍ਹਾਂ ਬੇਪਰਵਾਹ ਭਾਈ ਬਾਲੇ ਔਰ ਮਰਦਾਨੇ ਦੇ ਸਮੇਤ ਇਹਨਾਂ ਦੇ ਨੇੜੇ ਪਹੁੰਚੇ। ਇਹੋ ਜਿਹਾ ਅਰਬੀ ਬਾਣੀ ਦਾ ਕੀਰਤਨ ਕੀਤਾ। ਸਤਿਗੁਰੂ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਸੁਣ ਕਰਕੇ ਸਾਰਿਆਂ ਦੇ ਮਨ ਹੀ ਪਵਿੱਤਰ ਹੋ ਗਏ। ਭਾਵੇਂ ਇਹਨਾਂ ਨੇ ਸਰੀਰ ਤਾਂ ਕੀਤੇ ਹੋਏ ਨੇ ਸ਼ੇਰਾਂ ਦੇ, ਪਰ ਸਤਿਗੁਰੂ ਜੀ ਦੀ ਇਹੋ ਜਿਹੀ ਕਿਰਪਾ ਹੋ ਗਈ, ਸਾਰੀ ਮਨੁੱਖਾ ਬੋਲੀ ਬੋਲਣ ਦੇ ਵਿੱਚ ਬੋਲਣ ਲੱਗ ਪਏ। ਕਹਿ ਲੱਗੇ ਮਹਾਰਾਜ ਆਪ ਤੋਂ ਬਗੈਰ ਸਾਡਾ ਹੁਣ ਉਧਾਰ ਵੀ ਕਿਹਨੇ ਕਰਨਾ ਹੈ।
ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ ਤੁਹਾਨੂੰ ਅਸੀਂ ਮਨੁੱਖਾਂ ਦੀ ਬਖਸ਼ ਦਿੰਨੇ ਆ, ਜਿਹੜਾ ਵੀ ਜਾ ਕਰਕੇ ਸੇਵਾ ਔਰ ਭਗਤੀ ਗੁਰ ਸਿੱਖੀ ਦੀ ਕਰੇਗਾ ਕਮਾਈ, ਉਹਨੂੰ ਫਿਰ ਕੇਵਲ ਮੋਕਸ਼ ਵੀ ਪ੍ਰਾਪਤ ਹੋ ਜਾਣੀ ਹੈ। ਸਤਿਗੁਰੂ ਜੀ ਜਦੋਂ ਇਹਨਾਂ ਸ਼ੇਰਾਂ ਦੇ ਵਿੱਚੋਂ ਲੰਘ ਕਰਕੇ ਇਸ ਨਗਰ ਦੇ ਨੇੜੇ ਗਏ, ਉਹ ਲੋਕ ਦੇਖ ਕਰਕੇ ਮਨ ਵਿੱਚ ਹੈਰਾਨ ਹੋਣ ਲੱਗੇ। ਪੁੱਛਿਆ ਸਤਿਗੁਰੂ ਜੀ ਨੂੰ ਵੀ ਤੁਹਾਨੂੰ ਰਾਹ ਦੇ ਵਿੱਚ ਸ਼ੇਰਾਂ ਨੇ ਨਹੀਂ ਖਾਧਾ? ਅਸੀਂ ਤਾਂ ਉਹਨਾਂ ਤੋਂ ਡਰਦਿਆਂ ਮਾਰਿਆਂ ਨੇ ਆਪਣਾ ਨਗਰ ਵੀ ਆ ਬਹੁਤ ਉੱਚੇ ਪਹਾੜ ਦੇ ਉੱਪਰ ਵਸਾਇਆ ਹੋਇਆ ਹੈ। ਦਿਨ ਰਾਤ 24 ਘੰਟੇ ਬਸ ਕੋਈ ਨਾ ਕੋਈ ਸਾਡੇ ਵਿੱਚੋਂ ਜਾਗਦਾ ਰਹਿੰਦਾ ਹੈ। ਆ ਵੱਡੀਆਂ ਵੱਡੀਆਂ ਤੋਪਾਂ ਬੀੜ ਕਰਕੇ ਇਹਨਾਂ ਦੇ ਵਿੱਚ ਗੋਲੇ ਵੀ ਪਾ ਕਰਕੇ ਪੂਰੀ ਤਿਆਰੀ ਕੀਤੀ ਹੋਈ ਹੈ ਵੀ ਜੇ ਕਿਤੇ ਅਚਾਨਕ ਆ ਗਏ ਨੇੜੇ, ਉਸੇ ਵਕਤ ਮਾਰ ਮਾਰ ਕੇ ਵੱਡੇ ਵੱਡੇ ਗੋਲੇ ਇਹਨਾਂ ਨੂੰ ਪਿੱਛੇ ਮੋੜ ਦਿੰਨੇ ਆ। ਗੁਰੂ ਬਾਬਾ ਜੀ ਕਹਿਣ ਲੱਗੇ ਭਾਈ ਉਹਨਾਂ ਨੇ ਤਾਂ ਜਿਹੜੀ ਜੀਵ ਹਿੰਸਾ ਬਿਲਕੁਲ ਤਿਆਗ ਦਿੱਤੀ ਹੈ। ਆ ਤੁਹਾਡੇ ਦੇ ਦਿਆਂ ਥੋੜ੍ਹੇ ਟਾਈਮ ਦੇ ਵਿੱਚ ਇਹਨਾਂ ਸਾਰਿਆਂ ਨੇ ਆਪਣੇ ਸਰੀਰ ਵੀ ਤਿਆਗ ਦੇਣੇ ਹਨ। ਸਿਆਣੇ ਪੁਰਸ਼ਾਂ ਨੇ ਅੰਦਾਜ਼ਾ ਲਾ ਕੇ ਵੀ ਇਹ ਤਾਂ ਕੋਈ ਬੜੀ ਕਰਾਮਾਤ ਸ਼ਕਤੀ ਦੇ ਮਾਲਕ ਫਕੀਰ ਹਨ, ਜਿਨ੍ਹਾਂ ਨੂੰ ਦੇਖੋ ਇਤਨੇ ਭਾਰੀ ਗਿਣਤੀ ਦੇ ਵਿੱਚ ਵੱਡੇ ਵੱਡੇ ਸ਼ੇਰ, ਉਹਨਾਂ ਨੇ ਭੋਰਾ ਪਰ ਕੋਈ ਦੁੱਖੇ ਨਹੀਂ ਦਿੱਤਾ, ਸਹੀ ਸਲਾਮਤ ਉਹਨਾਂ ਦੇ ਵਿੱਚੋਂ ਬਚ ਕਰਕੇ ਆਪਣੇ ਨਗਰ ਦੇ ਨੇੜੇ ਆ ਗਏ। ਇਹਨਾਂ ਨੂੰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹੋ ਜਿਹਾ ਉਪਦੇਸ਼ ਬਖਸ਼ਦਿਆਂ ਹੋਇਆਂ ਗੁਰ ਸਿੱਖੀ ਦੇ ਵਿੱਚ ਦ੍ਰਿੜ ਕੀਤਾ ਸੀ। ਸੁਣ ਕਰਕੇ ਉਹਨਾਂ ਨੇ ਵੀ ਗੁਰੂ ਬਾਬਾ ਜੀ ਦਾ ਬੜਾ ਧੰਨਵਾਦ ਕੀਤਾ ਆਪਣੇ ਵੱਲੋਂ। ਇਹ ਫਕੀਰ ਸਾਈਂ ਬੜੀ ਆਪਦੀ ਰਹਿਮਤ ਹੋ ਗਈ, ਨਹੀਂ ਤਾਂ ਸਾਨੂੰ ਤਾਂ ਬਸ ਦਿਨ ਰਾਤ ਮਨ ਦੇ ਵਿੱਚ ਬੜੀ ਚਿੰਤਾ, ਬੜਾ ਫਿਕਰ ਲੱਗੀ ਰਹਿੰਦਾ ਵੀ ਕੋਈ ਪਤਾ ਨਹੀਂ ਕਿਹੜੇ ਵੇਲੇ ਝੁੰਡਾਂ ਦੇ ਝੁੰਡ ਜੇ ਕਿਤੇ ਸਾਡੇ ਨਗਰ ਦੇ ਨੇੜੇ ਆ ਗਏ, ਬੜਾ ਇਹਨਾਂ ਨੇ ਸਾਡਾ ਫਿਰ ਜਾਨੀ ਨੁਕਸਾਨ ਕਰ ਦੇਣਾ ਹੈ। ਇਹੋ ਜਿਹੇ ਬਹੁਤ ਵੱਡੇ ਭਿਆਨਕ ਦੁੱਖ ਔਰ ਚਿੰਤਾ ਫਿਕਰ ਤੋਂ ਬਸ ਆਪ ਨੇ ਸਾਡਾ ਜਿਹੜਾ ਸਦਾ ਦੇ ਲਈ ਛੁਟਕਾਰਾ ਕਰਵਾ ਦਿੱਤਾ ਹੈ। ਇਤਿਹਾਸਕ ਪ੍ਰਸੰਗ ਪਿੱਛੇ ਆਇਆ ਅਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਜਗਤ ਅਸਤ ਭਲੇ ਦ੍ਰਿੜ ਕੀਜੈ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ ਜਦੋਂ ਤੁਸੀਂ ਇਸ ਫਾਨੀ ਸੰਸਾਰ ਨੂੰ ਮਨ ਦੇ ਵਿੱਚ ਅਸਤ ਔਰ ਕਲਪਤ ਚੰਗੀ ਤਰ੍ਹਾਂ ਦ੍ਰਿੜ ਕਰ ਲਵੋਗੇ, ਸਤ ਆਤਮਾ ਏਕ ਜਨੀਜੈ। ਫਿਰ ਤੁਹਾਨੂੰ ਪਤਾ ਲੱਗ ਜੂ ਵੀ ਸਤਤਾ ਇੱਕ ਆਤਮਾ ਜਾਂ ਅਕਾਲ ਪੁਰਖ ਵਾਹਿਗੁਰੂ ਹੀ ਹੈ। ਆਸ ਅਭਿਆਸ ਜੇ ਕਰੋ ਸਦੀਵਾ। ਅਗਰ ਤੁਸੀਂ ਸਾਰੀ ਰਲ ਮਿਲ ਕਰਕੇ ਨਾ ਇਸ ਸੱਚਾਈ ਦਾ ਅਭਿਆਸ
ਕਰਨ ਲੱਗ ਜਾਵਾਂਗੇ। ਹੋਈ ਸ਼ਾਂਤ ਮਨ ਕੋ ਸੁਖ ਸੀਵਾ। ਔਰ ਜਦੋਂ ਇਹ ਜਿਹੜਾ ਪਰਪੰਚ ਦਾ ਪਸਾਰਾ ਤਿੰਨਾਂ ਕਾਲਾਂ 'ਚ ਤੁਹਾਨੂੰ ਅਭਾਵ ਪਾਸਣ ਲੱਗ ਗਿਆ ਵੀ ਇਹ ਤਾਂ ਇੱਕ ਭਰਮ ਜੀ ਪਿਆ ਹੋਇਆ ਸਾਡੇ ਮਨਾਂ 'ਚ, ਜਿਸ ਤਰ੍ਹਾਂ ਮਟਕ ਚਾਨਣੇ ਦੇ ਵਿੱਚ ਪਈ ਹੋਵੇ ਬਲਾਂ ਵਾਲੀ ਰੱਸੀ, ਅਣਜਾਣ ਦੇ ਕਰਕੇ ਬੜਾ ਡਰਨਗੇ, ਕੰਬਲੀ ਛਿੜ ਜੂ ਉਹਨਾਂ ਨੂੰ ਵੀ ਇਹ ਤਾਂ ਕੋਈ ਜੀ ਬੜਾ ਜ਼ਹਿਰੀਲਾ ਨਾਗ ਕੁੰਡਲੀ ਮਾਰ ਕੇ ਬੈਠਾ ਹੈ। ਕਈ ਕਹਿਣਗੇ ਨਹੀਂ, ਇਹ ਧਰਤੀ ਦੇ ਵਿੱਚ ਕੋਈ ਦ੍ਰਿੜ ਪੈਦਾ ਹੋ ਗਈ ਹੈ, ਇੱਕ ਕਲਪਨਾ ਹੀ ਹੈ। ਪਰ ਜਦੋਂ ਕੋਈ ਸਿਆਣਾ ਪੁਰਸ਼ ਚਾਨਣਾ ਕਰਕੇ ਉਹਨਾਂ ਨੂੰ ਦਿਖਾ ਦੇ ਵੀ ਇਹ ਤਾਂ ਐਵੇਂ ਤੁਸੀਂ ਮਨ ਦੇ ਵਿੱਚ ਡਰੀ ਜਾਂਦੇ ਹੋ, ਬਲਾਂ ਵਾਲੀ ਰੱਸੀ ਨੂੰ ਦੇ ਕਰਕੇ ਕਿਤਨੇ ਭਰਮ ਭੁਲੇਖੇ ਆਪਣੇ ਆਪ ਹੀ ਪ੍ਰਾਣੀਆਂ ਦੇ ਅੰਦਰ ਪੈਦਾ ਹੋ ਜਾਂਦੇ ਹਨ। ਗੁਰੂ ਬਾਬਾ ਜੀ ਨੇ ਵਚਨ ਕੀਤਾ ਵੀ ਜਦੋਂ ਇਹੋ ਜਿਹਾ ਇੱਕ ਸੰਸਾਰ ਦਾ ਭੁਲੇਖਾ ਤੁਹਾਡੇ ਮਨ ਦੇ ਵਿੱਚੋਂ ਦੂਰ ਹੋ ਗਿਆ, ਫਿਰ ਤਾਂ ਜਿਹੜਾ ਹੈ ਨਿਰਗੁਣ ਵਾਹਿਗੁਰੂ ਉਹ ਤੁਹਾਨੂੰ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੈਸ ਨਿਰਾਕਾਰ ਪਰਮਾਤਮਾ ਦਾ ਤਾਂ ਜੁਗਾ ਜਗੰਤਰਾਂ ਤੋਂ ਇੱਕ ਸਤ ਸਰੂਪ ਉਸੇ ਤਰ੍ਹਾਂ ਹੀ ਸਦਾ ਦੇ ਲਈ ਕਾਇਮ ਰਹਿੰਦਾ ਹੈ। ਸੁਣ ਕਰ ਨਰ ਨਾ ਸਭਨ ਮਨ ਮਾਨਾ। ਸੁਣ ਕਰਕੇ ਨਗਰ ਨਿਵਾਸੀਆਂ ਨੇ ਗੁਰੂ ਬਾਬਾ ਜੀ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਕਰਨ ਲੱਗੀ ਤਿਹ ਬਿਦ ਸੁਖ ਜਾਨਾ। ਗੁਰੂ ਬਾਬਾ ਜੀ ਦੇ ਬਚਨਾਂ ਨੂੰ ਉਹਨਾਂ ਨੇ ਸੁੱਖਾਂ ਦੇ ਘਰ ਜਾਣ ਲਿਆ ਵੀ ਜੇ ਉਪਦੇਸ਼ ਕਮਾਵਾਂਗੇ ਸਾਡੇ ਮਨ ਦੇ ਵਿੱਚ ਵੀ ਐਸੀ ਇਕਾਗਰਤਾ ਜਿਹੜਾ ਟਿਕਾਪਣ ਪੈਦਾ ਹੋ ਜਾਣਾ ਹੈ। ਤਿਹ ਠਾਂ ਕਿਤਕ ਕਾਲ ਗੁਰ ਰਾਖੀ। ਉਸ ਟਾਈਮ ਨਗਰ ਨਿਵਾਸੀਆਂ ਨੇ ਗੁਰੂ ਬਾਬਾ ਜੀ ਦੇ ਚਰਨਾਂ 'ਚ ਦੋਵੇਂ ਹੱਥ ਜੋੜਦਿਆਂ ਹੋਇਆਂ ਸੇਵਾ ਕਰਨ ਵਾਸਤੇ ਟਾਈਮ ਦੀ ਜਿਹੜੀ ਇਹਨਾਂ ਨੇ ਮੰਗ ਕੀਤੀ ਹੈ ਸੱਚੇ ਪਾਤਸ਼ਾਹ ਵੀ ਥੋੜ੍ਹਾ ਟਾਈਮ ਸਾਡੇ ਨਗਰ ਦੇ ਵਿੱਚ ਰਹਿ ਕਰਕੇ ਬਤੀਤ ਕਰੋ ਰੋਜ਼ਾਨਾ। ਹੁਣ ਜਦੋਂ ਅਸੀਂ ਸੁਣਾਂਗੇ ਨਾ ਆਪਣੇ ਪ੍ਰਵਚਨਾਂ ਨੂੰ, ਹੁਣ ਸਾਡੇ ਮਨ ਨੇ ਬੜੇ ਕੱਚੇ ਪਿੱਲੇ ਵਚਨ ਸੁਣ ਕਰਕੇ ਹੀ ਫਿਰ ਚਿੱਤ ਦੇ ਅੰਦਰ ਐਸਾ ਦ੍ਰਿੜ ਵਿਸ਼ਵਾਸ ਪੈਦਾ ਹੋ ਜਾਣਾ ਹੈ। ਬਹੁਰੋ ਕੀਨ ਗਮ ਨ ਅਬਿਲਾਖੀ। ਕੁਝ ਟਾਈਮ ਤੋਂ ਬਾਅਦ ਗੁਰੂ ਬਾਬਾ ਜੀ ਨੇ ਇਸ ਨਗਰ ਦੇ ਵਿੱਚੋਂ ਆਪਣੇ ਡੇਰੇ ਅੱਗੇ ਨੂੰ ਕੂਚ ਕਰ ਦਿੱਤੇ ਹਨ। ਤਿਨ ਤੇ ਵਿਦਾ ਹੋਏ ਜਗ ਸਾਈ। ਜਦੋਂ ਜਗਤ ਦੇ ਸਾਈਂ ਦੁਨੀਆ ਦੇ ਮਾਲਕ ਇਹਨਾਂ ਤੋਂ ਵਿਦਾ ਹੋ ਕੇ ਅੱਗੇ ਨੂੰ ਰਵਾਨਾ ਹੋ ਗਏ। ਕਿੰਗ ਪੁਰਖ ਖੰਡ ਪ੍ਰਵਿਸ਼ੇ ਜਾਈ। ਹੁਣ ਸਤਿਗੁਰੂ ਜੀ ਕੈ ਪੁਰਖ ਨਾਮ ਦਾ ਜਿਹੜਾ ਖੰਡ ਹੈ ਉਹਦੇ ਵਿੱਚ ਪਹੁੰਚ ਗਏ। ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਨੂੰ ਜਿਹੜਾ ਸਿੱਕਮ ਦੇ ਦਾ ਤਿਮਲਿੰਗ ਦਾ ਇਲਾਕਾ ਆਪਣੇ ਵੱਲੋਂ ਦੱਸਿਆ ਵੀ ਹੈ। ਇਸ ਵਕਤ ਗੁਰੂ ਬਾਬਾ ਜੀ ਜਿਹੜਾ ਹੈ ਸਿੱਕਮ ਦੇ ਦਾ ਆਪਾਂ ਨਾਮ ਸੁਣਦੇ ਹਾਂ, ਉਹਦੇ ਵਿੱਚ ਜਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਸੋ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਨੇ ਬਚਨ ਵੀ ਲਿਖੇ ਹੋਏ ਨੇ ਵੀ ਉੱਥੋਂ ਦੇ ਜਿਹੜੇ ਰਹਿਣ ਵਾਲੇ ਵਪਾਰੀ 1943 ਬਿਕਰਮੀ ਸੰਮਤ ਦੇ ਵਿੱਚ ਇਹਨਾਂ ਨੂੰ ਮਿਲੇ ਸਨ ਵੀ ਇਹ ਸਾਡੇ ਇਲਾਕੇ ਦੇ ਵਿੱਚ ਗੁਰੂ ਦੀ ਯਾਦ ਦੇ ਵਿੱਚ ਬਹੁਤ ਵੱਡਾ ਅਸਥਾਨ ਬਣਿਆ ਹੋਇਆ ਸ਼ਹਿਰ ਹੈ ਤਿਮਲਿੰਗ ਨਾਮ ਕਰਕੇ। ਉਹਦੇ ਵਿੱਚ ਮਹਾਰਾਜ ਨੇ ਜਾ ਕਰਕੇ ਬੜਾ
ਨਾਮ ਦਾ ਜਿਹੜਾ ਉਪਦੇਸ਼ ਸਿੱਕਮ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਬਖਸ਼ਿਆ ਸੀ। ਨਗਰ ਸਮੀਪ ਜਾਇ ਕੈ ਬੈਸੀ। ਜਦੋਂ ਗੁਰੂ ਬਾਬਾ ਜੀ ਨੇ ਇਸ ਸ਼ਹਿਰ ਦੇ ਨੇੜੇ ਜਾ ਕੇ ਆਪਣੇ ਡੇਰੇ ਲਗਾ ਲਏ, ਤਨ ਉਪਕਾਰ ਧਰਿਓ ਧਰ ਜੈਸੀ। ਇਹੋ ਲੱਗਦਾ ਸੀ ਵੀ ਜਿਵੇਂ ਗੁਰੂ ਬਾਬਾ ਜੀ ਨੇ ਇੱਕ ਪਰਉਪਕਾਰ ਦਾ ਹੀ ਰੂਪ ਧਾਰਨ ਕੀਤਾ ਹੋਇਆ ਹੈ। ਧਰਮ ਚੰਦ ਤਹਿ ਹੋਤੋ ਨਿਰਪਾਲਾ। ਇਸ ਇਲਾਕੇ ਦੇ ਵਿੱਚ ਧਰਮ ਚੰਦ ਨਾਮ ਦਾ ਬਹੁਤਾ ਹੀ ਧਰਮਾਤਮਾ ਬਾਦਸ਼ਾਹ ਰਾਜ ਕਰਿਆ ਕਰਦਾ ਸੀ। ਸੰਤਨ ਸੇਵਾ ਕਰਤ ਵਿਸਾਲਾ। ਹੁਣ ਇਹਦੇ ਮਨ ਦੇ ਵਿੱਚ ਹਰ ਟਾਈਮ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ, ਜਿਹੜੇ ਨੇ ਆਰਫ ਲੋਕ, ਖੁਦਾ ਦੇ ਫਕੀਰ, ਉਹਨਾਂ ਦੀ ਸੇਵਾ ਕਰਨ ਵਾਸਤੇ ਬੜਾ ਪ੍ਰੇਮ, ਬੜਾ ਚਾਅ ਪਹਿਲਾਂ ਤੋਂ ਹੀ ਭਰਿਆ ਹੋਇਆ ਹੈ। ਆਨ ਪ੍ਰਣਾਮ ਕੀਨ ਪਦ ਤਾਹੀ। ਜਿਹੜਾ ਵੀ ਕੋਈ ਇਹੋ ਜਿਹਾ ਸਾਧੂ ਫਕੀਰ ਕਿਤੇ ਸਿੱਕਮ ਦੇ ਵਿੱਚ ਆ ਗਿਆ, ਉਹਦੀ ਇਹ ਫਿਰ ਆਪਣੇ ਵੱਲੋਂ ਬੜੀ ਸੇਵਾ ਕਰਿਆ ਕਰਦਾ ਸੀ। ਭਾਉ ਵਿਸਾਲ ਜਾਸ ਮਨ ਮਾਹੀ। ਪਾ ਵਿਸਾਲ, ਜਿਸ ਧਰਮ ਚੰਦ ਨਾਮੇ ਬਾਦਸ਼ਾਹ ਦੇ ਅੰਦਰ ਨਾ ਇੱਕ ਇਹੋ ਜਿਹਾ ਸੇਵਾ ਦਾ ਔਰ ਅੱਲਾਹ ਤਾਲਾ ਦੀ ਬੰਦਗੀ ਦਾ ਬੜਾ ਪ੍ਰੇਮ ਭਰਿਆ ਹੋਇਆ ਹੈ। ਕਹਿਣ ਲੱਗਿਓ ਮੁਝ ਸੇਵ ਬਤਾਵੋ। ਉਸ ਸਮੇਂ ਇਹਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜਦਿਆਂ ਹੋਇਆਂ ਬੇਨਤੀ ਕੀਤੀ, ਐ ਫਕੀਰ ਸਾਈਂ, ਕੋਈ ਮੇਰੇ ਲਾਇਕ ਸੇਵਾ ਹੋਵੇ ਤਾਂ ਆਪ ਆਗਿਆ ਕਰੋ। ਕਹੋ ਸੋ ਕਰੋ ਨਾ ਬਿਲਮ ਲਗਾਵੋ। ਜੋ ਵੀ ਆਪ ਦਾ ਹੁਕਮ ਹੋਏਗਾ ਉਹੀ ਮੈਂ ਸੇਵਾ ਬਿਨਾਂ ਦੇਰੀ ਤੋਂ ਆਪ ਦੀ ਕਰ ਦੇਣੀ ਹੈ। ਸੁਣੀਏ ਸ਼੍ਰੀ ਅੰਗਦ ਤੇ ਕਾਲਾ। ਭਾਈ ਬਾਲਾ ਜੀ ਇਹ ਪਾਵਨ ਕਥਾ ਖੰਡੂਰ ਸਾਹਿਬ ਦੀ ਪਾਵਨ ਧਰਤੀ ਤੇ ਸਰੋਤਿਆਂ ਨੂੰ ਸੁਣਾਉਂਦੇ ਹੋਇਆਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰ ਲੈ, ਦੋਵੇਂ ਹੱਥ ਜੋੜ ਕੇ, ਮੁਝੇ ਬਣਾਇਓ ਸ਼ੇਰ ਵਿਸਾਲਾ। ਇਹ ਗਰੀਬ ਨਿਵਾਸ ਉਸ ਸਮੇਂ ਨਾ ਗੁਰੂ ਬਾਬਾ ਜੀ ਨੇ ਆਪਣੀ ਰੂਹਾਨੀ ਤਾਕਤ ਦੁਆਰਾ ਮੈਨੂੰ ਸ਼ੇਰ ਦੇ ਸਮਾਨ ਬਣਾਤਾ। ਕਰੋ ਸੇਵ ਜੇ ਭੋ ਪਉਦਾਰਾ। ਸਤਿਗੁਰੂ ਜੀ ਕਹਿ ਲਗੇ, ਰਾਜਨ ਅਗਰ ਤੋਂ ਬੜੀ ਭਾਵਨਾ ਦੇ ਨਾਲ ਸਾਡੀ ਸੇਵਾ ਕਰਨੀ ਚਾਹੁੰਦਾ ਹੈ, ਪ੍ਰਿਤਮੈ ਦੀਜੈ ਸ਼ੇਰ ਆਹਾਰਾ। ਪਹਿਲਾ ਤੈਨੂੰ ਸਾਡਾ ਜਿਹੜਾ ਸ਼ੇਰ ਹਰ ਵਕਤ ਪਾਸ ਰਹਿਣ ਵਾਲਾ, ਇਹਦੀ ਜਿਹੜੀ ਖੁਰਾਕ, ਇਹਨੂੰ ਭੋਜਨ ਦੇਣਾ ਪਏਗਾ। ਆਮਿਕ ਅਵਰ ਨਾ ਖਾਵਤ ਕੋ। ਹੁਣ ਇਸ ਦੀ ਆਦਤ ਪੱਕੀ ਹੋਈ ਹੈ ਵੀ ਹੋਰ ਕਿਸੇ ਨੇ ਪਸ਼ੂ ਜਾਂ ਜਾਨਵਰ ਦਾ ਹੈ ਮਾਸ ਨਹੀਂ ਖਾਂਦਾ ਹੈ। ਪਛਤ ਰਾਜਪੁੱਤਰ ਹਵੈ ਜੋ। ਜਿਹੜਾ ਇਹਨਾਂ ਕੋਈ ਰਾਜਪੁੱਤਰ ਚੱਕਰਵਰਤੀ ਬਾਦਸ਼ਾਹ ਦਾ ਸਹਿਜਾਦਾ ਕੇਵਲ ਤੇ ਕੇਵਲ ਵਸ, ਉਸ ਦੇ ਮਾਸ ਦੀ ਇਹਨੇ ਹਮੇਸ਼ਾ ਵਾਸਤੇ ਖੁਰਾਕ ਖਾਣੀ ਹੈ। ਤੇ ਪਰਖਨ ਅਸ ਗੁਰੂ ਅਲਾਇਆ। ਤੇ ਪਰਖਨ ਇਹ ਬਚਨ ਕਾਹਦੇ ਵਾਸਤੇ ਕੀਤੇ? ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਦੇ ਦਿਆਂ, ਕੱਚਾ ਹੈ ਜਾਂ ਪੱਕਾ ਹੈ, ਅੰਦਰ ਸ਼ਰਧਾ ਭਾਵਨਾ ਹੈ ਵੀ ਜਾਂ ਉੱਪਰੋਂ ਤਾਂ ਨਹੀਂ ਐਵੇਂ ਗੱਲਾਂ ਬਾਤਾਂ ਕਰੀ ਜਾਂਦਾ। ਪਰ ਜਿਹੜੇ ਨੇ ਸੱਚੇ ਪ੍ਰੇਮੀ, ਉਹ ਤਾਂ ਆਪਣਾ ਸਿਰ ਕੁਰਬਾਨ ਕਰਨ ਲੱਗਿਆ ਵੀ ਕਦੇ ਦੇਰ ਨਹੀਂ ਲਗਾਇਆ ਕਰਦਿਆਂ ਨਰਤੇ ਸਹੀ। ਜੈ ਮੁਖ ਨਾ ਮੋੜਨ ਜੰਨੀ ਸੰਜਾਤਾ ਸਾਈਂ, ਚੜ ਚੜ ਪਵਦੇ ਕੱਚੇ ਬਿਰੀ। ਜਿਨ੍ਹਾਂ ਕਾਰਨ ਆਈ ਧਨੀ ਵੀ ਹੋਣਾ, ਪਾਟ ਪਟੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲੋ ਡੰਦੜੀ ਸੋਹਾ। ਨਾਨਕ ਤੈਸੈ ਨਾਲੇ ਗੁਰੂ ਬਾਬਾ ਜੀ ਨੇ ਇਸ ਧਰਮਾਤਮਾ ਮਹਾਰਾਜੇ ਦੀ ਪਰਖ ਕਰਨ ਦੇ ਲਈ ਉਹ ਜੇ ਬਚਨ ਕੀਤੇ। ਸੁਨ ਭੂਪਤ ਨਹਿ ਹਿਰਦਾ ਡੁਲਾਇਆ। ਸਤਿਗੁਰੂ ਜੀ ਦਾ ਬਚਨ
ਸੁਣ ਕਰਕੇ ਕੋਈ ਇਹਨੇ ਮਨ ਦੇ ਵਿੱਚ ਵਹਿਮ ਜਾਂ ਆਪਣਾ ਜਿਹੜਾ ਮਨ ਨਹੀਂ ਡੁਲਾਇਆ। ਕਹਿਓ ਨਿਕੀਤ ਪੁੱਤਰ ਹੈ ਮੇਰਾ। ਕਹਿ ਲਗਾ ਫਕੀਰ ਸਾਈਂ ਕੋਈ ਗੱਲ ਨਹੀਂ, ਇੱਕੋ ਇੱਕ ਸਹਿਜਾਦਾ ਖੁਦਾ ਨੇ ਜੋ ਮੈਨੂੰ ਮਹਿਲਾਂ ਦੇ ਵਿੱਚ ਬਖਸ਼ਿਆ ਹੋਇਆ। ਆਇਸ ਦੇਹੋ ਅਨਹੁ ਬਿਨ ਦੇਰਾ। ਹੁਕਮ ਕਰੋ ਇੱਕ ਵਾਰੀ, ਹੁਣ ਇਹ ਵੀ ਮੈਂ ਆਪਣੇ ਜ਼ਿਕਰ ਦੇ ਟੋਟੇ ਨੂੰ ਤੁਹਾਡੇ ਪਾਸ ਹਾਜ਼ਰ ਕਰ ਦੇਣਾ। ਇਉਂ ਕਹਿ ਪੁੱਤਰ ਬੁਲਾਏ ਪਠਾਇਆ। ਇਉਂ ਕਹਿੰਦੇ ਆ ਹੁਣ ਧਰਮਚੰਦ ਰਾਜੇ ਨੇ ਆਪਣੇ ਸਹਿਜਾਦੇ ਨੂੰ ਨੌਕਰ ਪੈਜ ਕਰਕੇ ਆਪਣੇ ਪਾਸ ਬੁਲਾ ਲਿਆ। ਤੇ ਸਥਾਨ ਤਤ ਛਿਨ ਸੋ ਆਇਆ। ਉਹਨੇ ਵੀ ਕੋਈ ਮਰਨ ਦਾ ਜਿਹੜਾ ਮਨ ਦੇ ਵਿੱਚ ਡਰ ਭੈ ਨਹੀਂ ਧਾਰਨ ਕੀਤਾ ਸੀ। ਆਪਣੇ ਪਿਤਾ ਦਾ ਹੁਕਮ ਸੁਣ ਕਰਕੇ ਉਸੇ ਵਕਤ ਹੀ ਗੁਰੂ ਬਾਬਾ ਜੀ ਦੇ ਸਾਹਮਣੇ ਹਾਜ਼ਰ ਹੋ ਗਿਆ। ਸੰਤ ਸੀਬ ਮਹਿ ਲੱਗੈ ਸ਼ਰੀਰਾ। ਸੋਚਦਾ ਹੈ ਵੀ ਜੇ ਕਿਤੇ ਮੇਰਾ ਸਰੀਰ ਆ ਜਾਏ ਰੱਬ ਦੇ ਪਿਆਰੇ ਖੁਦਾ ਦੇ ਦਰਵੇਸ਼ਾਂ ਦੀ ਸੇਵਾ ਦੇ ਵਿੱਚ ਲੱਗ ਜੂ, ਇਸ ਨਾਲੋਂ ਹੋਰ ਮੈਨੂੰ ਕਿਹੜਾ ਬਹੁਤਾ ਲਾਭ ਦੁਨੀਆ ਦੇ ਵਿੱਚ ਪ੍ਰਾਪਤ ਹੋਣਾ ਹੈ। ਹਸ ਵਿਚਾਰ ਕਰ ਬਾਂਧੀ ਧੀਰਾ। ਇਹੋ ਜਿਹੀਆਂ ਵਿਚਾਰਾਂ ਕਰਦਿਆਂ ਹੋਇਆ ਸਹਿਜਾਦੇ ਨੇ ਵੀ ਮਨ ਦੇ ਵਿੱਚ ਬੜਾ ਧੀਰਜ ਧਾਰਨ ਕਰ ਲਿਆ। ਠਾਂਡੋ ਕੀਨੋ ਸ਼ੇਰ ਅਗਾਰੀ। ਉਸ ਵਕਤ ਧਰਮਚੰਦ ਰਾਜੇ ਨੇ ਆਪਣਾ ਸਹਿਜਾਦਾ ਲਿਆ ਕੇ ਸ਼ੇਰ ਦੇ ਸਾਹਮਣੇ ਖੜਾ ਕਰ ਦਿੱਤਾ ਸੀ। ਧੰਨ ਭੂਪ ਗੁਰ ਗਿਰਾ ਉਚਾਰੀ। ਗੁਰੂ ਬਾਬਾ ਜੀ ਕਹਿਣ ਲੱਗੇ ਰਾਜਨ ਤੂੰ ਬੜਾ ਧਨਤਾ ਦੇ ਯੋਗ ਹੈ, ਜਿਹੜਾ ਬਚਨ ਕੀਤਾ ਉਹ ਪੂਰਾ ਵੀ ਕਰਕੇ ਦਿਖਾਦਾ। ਤਾਂ ਇਹ ਨਹੀਂ ਵੀ ਚਾਕਰ ਲੱਗਾ ਚਾਕਰੀ ਨਾਲੇ ਘਰ ਬਾਤ ਗੱਲਾਂ ਕਰੇ ਘਨੇਰੀਆਂ, ਕਸਮ ਨਾ ਪਾਏ ਸਾਥ ਗੱਲਾਂ ਬਾਤਾਂ ਵੱਡੀਆਂ ਵੱਡੀਆਂ ਕਰਨੀਆਂ ਪਰ ਅਮਲ ਭੋਰਾ ਪਰ ਵੀ ਮਨ ਦੇ ਵਿੱਚ ਨਹੀਂ ਧਾਰਨ ਕੀਤਾ ਹੋਇਆ। ਗੁਰੂ ਬਾਬਾ ਜੀ ਕਹਿਣ ਲੱਗੇ ਰਾਜਨ ਤੂੰ ਬੜਾ ਧਨਤਾ ਦੇ ਯੋਗ ਹੈ। ਸੰਤ ਸੇਬ ਮਹਿ ਤਬ ਮਨ ਰਾਤਾ। ਜਿਹੜਾ ਤੇਰਾ ਹਿਰਦਾ ਹਮੇਸ਼ਾ ਵਾਤੇ ਬਸ ਰੱਬ ਦੇ ਪਿਆਰਿਆਂ ਦੀ ਸੇਵਾ ਦੇ ਵਿੱਚ ਹੀ ਭਿੱਜਿਆ ਰਹਿੰਦਾ ਹੈ। ਸਤਨਾਮ ਜਪ ਅਬ ਸੁਖ ਦਾਤਾ। ਉਸ ਵਕਤ ਫਿਰ ਗੁਰੂ ਬਾਬਾ ਜੀ ਨੇ ਆਪਣੇ ਵੱਲੋਂ ਧਰਮਚੰਦ ਰਾਜੇ ਨੂੰ ਵਾਹਿਗੁਰੂ ਦਾ ਜਿਹੜਾ ਨਾਮ ਲੋਕ ਪਰਲੋਕ ਦੇ ਵਿੱਚ ਮੁਖ ਨੂੰ ਉਜਲਾ ਕਰਨ ਵਾਲਾ ਜਪ ਮਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਸੋਢੀ ਸੁਲਤਾਨ। ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਧਨਾਸਰੀ ਰਾਗ ਦੇ ਵਿੱਚ ਕੀਤੇ ਹੋਏ ਨੇ। ਜਪ ਮਨ ਸਤਨਾਮ ਸਦਾ ਸਤਨਾਮ ਫਲ ਕੀ ਮਿਲੇਗਾ ਉਹਨਾਂ ਵੱਡੇ ਭਾਗਾਂ ਵਾਲਿਆਂ ਨੂੰ। ਹਾਲਤ ਪਲਤ ਮੁਖ ਉਜਲ ਹੋਈਐ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਅੱਜ ਦੇ ਦਿਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਲੋ ਦੀ ਧਰਤੀ ਦੇ ਉੱਪਰ ਜੀਵਾਂ ਦੇ ਭਲੇ ਵਾਸਤੇ 2 ਨਵੰਬਰ 1534 ਈਸਵੀ ਸਨ ਨੂੰ ਜਿਹੜਾ ਲਾਹੌਰ ਸ਼ਹਿਰ ਬੜੇ ਪੁਰਾਤਨ ਸਮੇਂ ਦਾ ਵਸਿਆ ਹੋਇਆ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਦੇ ਸਾਹਿਬਜ਼ਾਦੇ ਲਹੂ ਨੇ ਇਹ ਜਿਹੜਾ ਲਾਹੌਰ ਸ਼ਹਿਰ ਵਸਾਇਆ ਸੀ। ਲਾਹੌਰ ਸ਼ਹਿਰ ਜ਼ਹਿਰ ਖੈਰ ਸਵਾ ਪੈਰ ਸਤਿਗੁਰੂ ਜੀ ਨੇ ਵੀ ਬਚਨ ਕੀਤੇ ਹੋਏ ਹਨ। ਅੰਮ੍ਰਿਤ ਵੇਲੇ ਮਾਤਾ ਦਇਆ ਕੌਰ ਦੂਜਾ ਨਾਮ ਇਤਿਹਾਸ ਦੇ ਵਿੱਚ ਮਾਤਾ ਖੇਮ ਕੌਰ ਜੀ ਵੀ ਆਉਂਦਾ ਹੈ।
कब कल ठकर हरदास तने गुर रामदास सर अभर परे। बाबा हरदास जी दे घर दे विच ਅੰਮ੍ਰਿਤ ਵੇਲੇ ਚੁੰਡਾ ਮੰਡੀ ਜਿੱਥੇ ਬਾਬਾ ਹਰਦਾਸ ਜੀ ਨੇ ਆਪਣਾ ਘਰ ਬਣਾਇਆ ਹੋਇਆ ਸੀ, ਉਸ ਪੁਰਾਤਨ ਸ਼ਹਿਰ ਦੇ ਚੁੰਡਾ ਮੰਡੀ ਵਾਲੀ ਜਗ੍ਹਾ ਦੇ ਉੱਪਰ ਭਾਈ ਜੇਠਾ ਜੀ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਨ ਕੀਤਾ। ਦੇ ਕਰਕੇ ਪਰਿਵਾਰ ਦੇ ਵਿੱਚ ਤਾਂ ਖੁਸ਼ੀਆਂ ਪੈਦਾ ਹੋਣੀਆਂ ਹੀ ਸਨ। ਵਰਤਮਾਨ ਸਮੇਂ ਦੇ ਵਿੱਚ ਵੀ ਇਹ ਪਰ ਜ਼ਿਆਦਾ ਇਹ ਜਿਹੜੀ ਰਹੁ ਰੀਤੀ ਸਮਾਜ ਦੇ ਵਿੱਚ ਉਸੇ ਤਰ੍ਹਾਂ ਹੀ ਚਲੀ ਆਉਂਦੀ ਹੈ ਪਹਿਲਾਂ ਤੋਂ। ਅਗਰ ਵਾਹਿਗੁਰੂ ਤੁਰਟ ਕਰਕੇ ਕਿਸੇ ਵੀ ਪਰਿਵਾਰ ਦੇ ਵਿੱਚ, ਚਾਹੇ ਗਰੀਬ ਹੈ ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਜਦੋਂ ਵੀ ਪੁੱਤਰ ਦੀ ਦਾਤ ਬਖਸ਼ਦਾ ਹੈ, ਪਰਿਵਾਰ ਦੇ ਵਿੱਚ ਬੜੀਆਂ ਖੁਸ਼ੀਆਂ ਹੱਦ ਤੋਂ ਵੱਧ ਮਨਾਈਆਂ ਜਾਂਦੀਆਂ ਹਨ। ਜਦੋਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਿਲਾਂ ਦੇ ਵਿੱਚ ਵੀ ਮੇਰੇ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਨਾ, ਗੁਰੂ ਕੀ ਬਡਾਲੀ ਦੇ ਵਿੱਚ ਕਿਤਨੇ ਸ਼ਬਦ ਅੰਮ੍ਰਿਤ ਵੇਲੇ ਮਹਾਰਾਜ ਨੇ ਉਚਾਰਨ ਕੀਤਾ। ਗੁਰਬਾਣੀ ਸਖੀ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ, ਬਦੀ ਬੈਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ, ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਅਨੰਤ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਤਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ। ਜਦੋਂ ਥੋੜ੍ਹਾ ਜਿਹਾ ਦਿਨ ਚੜ ਗਿਆ, ਉਸ ਸਮੇਂ ਬਾਬਾ ਹਰਦਾਸ ਜੀ ਉਹਨਾਂ ਦਾ ਵੀ ਹਿਰਦਾ ਬੜੇ ਚਾਵਾਂ ਬੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਵੀ ਅੱਜ ਵਾਹਿਗੁਰੂ ਨੇ ਮੇਰੇ ਉੱਪਰ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ ਦਿੱਤੀ। ਮਾਨੋ ਮੇਰੇ ਵਿਹੜੇ ਦੇ ਵਿੱਚ ਇੱਕ ਇਹੋ ਜਿਹਾ ਚਾਨਣਾ ਬਖਸ਼ਤਾ ਪਰਮਾਤਮਾ ਨੇ ਪ੍ਰਸੰਨ ਹੋ ਕਰਕੇ। ਕਹਿੰਦੇ ਜਿਨ੍ਹਾਂ ਦੇ ਘਰ ਦੇ ਵਿੱਚ ਬੱਚਾ ਹੀ ਨਹੀਂ ਪੈਦਾ ਹੋਇਆ, ਉਹਨਾਂ ਦੇ ਘਰ ਵੀ ਅਤੇ ਉਹਨਾਂ ਦੇ ਵਿਹੜੇ ਵੀ ਉਸੇ ਤਰ੍ਹਾਂ ਸੁੰਨੇ ਪ੍ਰਤੀਤ ਹੋਇਆ ਕਰਦੇ ਹਨ। ਥੋੜ੍ਹਾ ਜਿਹਾ ਦਿਨ ਚੜ੍ਹਿਆ, ਬਾਬਾ ਹਰਦਾਸ ਜੀ ਨੇ ਉਸ ਸਮੇਂ ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਵੀ ਬਹੁਤ ਸਾਰੇ ਸੋਢ ਬੰਸ ਦੇ ਪਰਿਵਾਰ ਲਾਹੌਰ ਸ਼ਹਿਰ ਦੇ ਵਿੱਚ ਵਸਣ ਵਾਲੇ ਘਰ ਘਰ ਦੇ ਵਿੱਚ ਜਾ ਕਰਕੇ ਗੁੜ ਵਰਤਾਇਆ। ਲੋਕਾਂ ਨੇ ਵੀ ਆ ਕਰਕੇ ਆਪਣੇ ਵੱਲੋਂ ਬਾਬਾ ਹਰਦਾਸ ਜੀ ਨੂੰ ਬੜੀਆਂ ਵਧਾਈਆਂ ਦਿੱਤੀਆਂ। ਮਾਤਾ ਦਇਆ ਕੌਰ ਜੀ ਉਹਨਾਂ ਨੇ ਆਪਣੇ ਪਿਆਰੇ ਪੁੱਤਰ ਭਾਈ ਜੇਠਾ ਜੀ ਦੀ ਜਿਹੜੀ ਪਾਲਣਾ ਬੜੇ ਪਿਆਰਿਆਂ ਦੇ ਪੈਰਾਂ ਦੇ ਨਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਰੋਜ਼ ਦੀ ਰੋਜ਼ ਨਾਨਾ ਪ੍ਰਕਾਰ ਦੇ ਪਦਾਰਥ ਘਰ ਦੇ ਵਿੱਚ ਤਿਆਰ ਕਰਕੇ ਮਾਤਾ ਦਇਆ ਕੌਰ ਜੀ ਆਪਣੇ ਪੁੱਤਰ ਭਾਈ ਜੇਠਾ ਜੀ ਨੂੰ ਛਕਾਉਂਦੇ ਹਨ। ਮਾਤਾ ਪਿਤਾ ਨੇ ਮਹਾਰਾਜ ਦਾ ਜਿਹੜਾ ਪਹਿਲਾ ਨਾਮ ਆਪਣੇ ਵੱਲੋਂ ਭਾਈ ਜੇਠਾ ਜੀ ਰੱਖਿਆ ਹੋਇਆ ਸੀ, ਪਰ ਜਦੋਂ ਭਾਈ ਜੇਠਾ ਜੀ ਥੋੜ੍ਹੇ ਜਿਹੇ ਵੱਡੇ ਹੋ ਗਏ, ਐਸੀ ਪਰਮਾਤਮਾ ਦੀ ਖੈਲ ਵਰਤੀ ਵੀ ਉਸ ਸਮੇਂ ਮਾਤਾ ਜੀ ਵਿਛੋੜਾ ਦੇ ਕਰਕੇ ਚਲੇ ਜਾਂਦੇ ਹਨ। ਭਾਈ ਜੇਠਾ ਜੀ ਨੇ ਦੇਖਿਆ ਵੀ ਮਾਤਾ ਜੀ
ਲੰਮੇ ਪਏ ਨੇ, ਨਾ ਬੋਲਦੇ ਨੇ ਨਾ ਚੱਲਦੇ ਨੇ, ਨਾ ਕੋਈ ਇਹਨਾਂ ਦੇ ਸਰੀਰ ਦੀ ਹਰਕਤ ਹੋਣੀ ਉਹ ਵੀ ਬੰਦ ਹੋ ਗਈ। ਸਰੀਰ ਦੇ ਉੱਪਰ ਇਹਨਾਂ ਦੇ ਸਫੈਦ ਰੰਗ ਦਾ ਵਸਤਰ ਆਪਾਂ ਜਿਹਨੂੰ ਕਫਨ ਕਹਿ ਦਿੰਦੇ ਆ ਪਾਇਆ ਹੋਇਆ, ਪਰ ਉਮਰ ਛੋਟੀ ਹੈ, ਕੁਝ ਬੋਲ ਤਾਂ ਸਕਦੇ ਨਹੀਂ, ਨਾ ਉਸ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਵੀ ਨਹੀਂ ਚੱਲਦਾ। ਦੇ ਲਿਆ ਵੀ ਲੋਕਾਂ ਨੇ ਇਕੱਠਿਆਂ ਹੋ ਕੇ ਮਾਤਾ ਜੀ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਹੈ। ਬਹੁਤ ਵੱਡਾ ਭਾਰਾ ਦੁੱਖ ਛੋਟੀ ਉਮਰ ਦੇ ਵਿੱਚ ਹੀ ਭਾਈ ਜੇਠਾ ਜੀ ਦੇ ਸਿਰ ਦੇ ਉੱਪਰ ਪੈ ਗਏ। ਆਪਾਂ ਬਚਨ ਵੀ ਸੁਣਦੇ ਹਾਂ, ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮਾਰੇ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤਨ ਤਨ, ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਭਾਈ ਜੇਠਾ ਜੀ ਬੜਾ ਮਹਿਸੂਸ ਕਰਨ ਲੱਗੇ ਵੀ ਹੁਣ ਮਾਂ ਤੋਂ ਬਗੈਰ ਵਿਹੜਾ ਵੀ, ਘਰ ਵੀ ਔਰ ਰਸੋਈ ਵੀ ਸੁੰਨੀ ਸੁੰਨੀ ਭਾਸਣ ਲੱਗ ਪਈ ਹੈ। ਕਹਿੰਦੇ ਜਿਹੜਾ ਨਿਗ ਜਿਹੜਾ ਸੁੱਖ ਮਾਂ ਦੇ ਕੀਤੇ ਹੋਏ ਪਦਾਰਥਾਂ 'ਚੋਂ ਬੱਚੇ ਨੂੰ ਮਿਲਦਾ ਨਾ ਹੋਰ ਕਿਸੇ ਕੋਲੋਂ, ਉਹ ਜਿਹੜਾ ਰਸ ਉਹ ਨਿਗ ਕਿਤੋਂ ਵੀ ਪ੍ਰਾਪਤ ਨਹੀਂ ਹੁੰਦੀ। ਹੁਣ ਮਾਂ ਨੇ ਤਾਂ ਆਪਣੇ ਬੱਚੇ ਦਾ ਅੱਠੇ ਪੈਰ ਦਿਨ ਰਾਤ ਬੜਾ ਖਿਆਲ ਰੱਖਣਾ ਵੀ ਇਹਨੂੰ ਭੁੱਖ ਲੱਗੀ ਹੈ, ਬਿਮਾਰ ਠਮਾਰ ਹੈ। ਕੱਪੜੇ ਵੀ ਸਮੇਂ ਸਮੇਂ ਸਿਰ ਬਦਲਦੀ ਰਹਿੰਦੀ ਹੈ। ਭਾਈ ਜੇਠਾ ਜੀ ਹੁਣ ਲੋਕਾਂ ਦੀ ਨਿਗਾਹ ਦੇ ਵਿੱਚ ਕਹਿਣ ਲੱਗੇ ਵੀ ਤਾਂ ਵਿਚਾਰਾ ਯਤੀਮ ਅਨਾਥ ਬਣ ਗਿਆ ਹੈ, ਪਤਾ ਨਹੀਂ ਹੁਣ ਇਹਦੀ ਕਿਵੇਂ ਪਰਤ ਪਾਲਣਾ ਹੋਏਗੀ। ਦੁਨੀਆ ਦੇ ਵਿੱਚ ਨਾਨੀ ਜੀ ਨੇ ਆ ਕਰਕੇ ਬੜਾ ਜ਼ੋਰ ਲਗਾਇਆ ਵੀ ਆਪਣੇ ਦੋਤਰੇ ਨੂੰ ਮੈਂ ਬਾਸਰ ਕੇ ਪਿੰਡ ਲੈ ਜਾਨੀ ਆ, ਉੱਥੇ ਮੈਂ ਇਹਦੀ ਪਾਲਣਾ ਪੋਸ਼ਣਾ ਕਰ ਲਊਂਗੀ। ਪਰ ਬਾਬਾ ਅਰਦਾਸ ਜੀ ਨੇ ਸੋਚਿਆ ਵੀ ਮੇਰਾ ਇਕੱਲੇ ਦਾ ਫਿਰ ਟਾਈਮ ਕਿਵੇਂ ਲੱਗੂ ਨਾ, ਹੁਣ ਤਾਂ ਚਲੋ ਇਹਦੇ ਕਰਕੇ ਮੇਰਾ ਵੀ ਮਨ ਪਰਚਿਆ ਰਹਿੰਦਾ, ਕਦੇ ਭੋਜਨ ਪਾਣੀ ਤਿਆਰ ਕਰਕੇ ਛਕਾ ਦੇ, ਕਦੇ ਇਹਨਾਂ ਦੇ ਵਸਤਰਾਂ ਦੀ ਸੇਵਾ ਕਰਨ ਲੱਗ ਪਏ। ਮੇਰਾ ਮਨ ਵੀ ਇਹਨਾਂ ਦੇ ਨਾਲ ਹੀ ਪਰਚਿਆ ਰਹਿਣਾ ਹੈ। ਪਰ ਜਦੋਂ ਭਾਈ ਜੇਠਾ ਜੀ ਦੀ ਹੋ ਗਈ 7 ਸਾਲ ਦੀ ਉਮਰ, ਪ੍ਰਭੂ ਦਾ ਹੋਰ ਐਸਾ ਭਣਮ ਵਰਤ ਗਿਆ। ਉਹ ਸਮੇਂ ਬਾਬਾ ਅਰਦਾਸ ਜੀ ਵੀ ਆਪਣਾ 5 ਪੌ ਤੱਕ ਸਰੀਰ ਤਿਆਗ ਕੇ ਸੱਚਖੰਡ ਦੇ ਵਿੱਚ ਚਲੇ ਗਏ। ਉਸ ਵਕਤ ਫਿਰ ਨਾਨੀ ਜੀ ਨੇ ਆ ਕਰਕੇ ਆਪਣੇ ਦੋਤਰੇ ਨੂੰ ਸੰਭਾਲਣ ਦੇ ਲਈ ਮਨ ਦੇ ਵਿੱਚ ਸੋਚਿਆ ਵੀ ਇੱਥੇ ਨਾ ਮੇਰੀ ਧੀ ਨਾ ਮੇਰਾ ਜਮਾਈ ਦੋਵੇਂ ਹੀ, ਉਹ ਤਾਂ ਹੁਣ ਆਪਣਾ 5 ਪੌ ਤੱਕ ਸਰੀਰ ਤਿਆਗ ਕੇ ਚਲੇ ਗਏ ਨੇ ਨਾ, ਕੌਣ ਇਹਦੀ ਹੁਣ ਇੱਥੇ ਪਾਲਣਾ ਕਰੇਗਾ। ਪਰ ਜਦੋਂ ਬਾਬਾ ਅਰਦਾਸ ਜੀ ਦੇ ਉਸ ਦਰਵਾਜ਼ੇ ਨੂੰ ਜਿੰਦਾ ਵੱਜਣ ਲੱਗਿਆ, ਕਈ ਮਨ ਦੇ ਵਿੱਚ ਹੋ ਜਿਹੀਆਂ ਵਿਚਾਰਾਂ ਕਰਨ ਲੱਗ ਵੀ ਹੁਣ ਇਹਨਾਂ ਦੇ ਪਰਿਵਾਰ ਦੇ ਵਿੱਚ ਬਾਕੀ ਤਾਂ ਕੋਈ ਬਚਿਆ ਨਹੀਂ, ਸ਼ਾਇਦ ਇਹ ਦਰਵਾਜ਼ਾ ਖੁੱਲ੍ਹੇ ਜਾਂ ਨਾ ਖੁੱਲ੍ਹੇ ਤਾਂ ਸਦਾ ਦੇ ਲਈ ਇਹਨੂੰ ਜਿੰਦਾ ਵੱਜ ਗਿਆ ਹੈ। ਪਰ
ਕਈ ਐਸੇ ਸਮਾਜ ਦੇ ਵਿੱਚ ਦੁਨਿਆਵੀ ਗੇਟ ਬੰਦ ਹੋ ਕੇ ਦੁਬਾਰਾ ਉਹ ਤਾਂ ਨਹੀਂ ਖੋਲ੍ਹਣ ਦੇ ਵਿੱਚ ਆਉਂਦੇ, ਪਰ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਤਾਂ ਦਰਵਾਜ਼ਾ ਇਹੋ ਜਿਹਾ ਹੈ, ਇਹਨੇ ਤਾਂ ਜੁਗਾ ਜਗੰਤਰਾਂ ਦੇ ਲਈ ਸਦਾ ਵਾਸਤੇ ਖੁੱਲ੍ਹ ਜਾਣਾ ਹੈ। ਇੱਥੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਪ੍ਰੇਮੀਆਂ ਦੇ ਅੰਦਰ ਇੱਕ ਐਸੀ ਖਿੱਚ ਬਣੀ ਰਹਿਣੀ ਆ ਵੀ ਉਹ ਮੌਕਾ ਕਦੋਂ ਸਾਨੂੰ ਪ੍ਰਾਪਤ ਹੋਊ, ਜਦੋਂ ਅਸੀਂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਭੱਟਾਂ ਨੇ ਵੀ ਸਵਈਆਂ ਦੇ ਵਿੱਚ ਸਾਡੇ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਦੀ ਬੜੀ ਵਡਿਆਈ ਕੀਤੀ ਹੋਈ ਹੈ। ਆਪਣੇ ਵੱਲੋਂ ਅੱਗ ਸਤਿਗੁਰੂ ਜੀ ਦੇ ਪਰਥਾਏ ਬੜੇ ਐਸੇ ਵਚਨ ਕੀਤੇ ਹੋਏ ਨੇ ਸਵਈਆਂ ਦੇ ਵਿੱਚ, ਪਰ ਉਹਨਾਂ ਅਣਜਾਣਾਂ ਨੂੰ ਕੋਈ ਅਨੁਮਾਨ ਨਹੀਂ ਵੀ ਇਸ ਦਰਵਾਜ਼ੇ ਨੇ ਤਾਂ ਭਾਈ ਜੁਗਾ ਜਗੰਤਰਾਂ ਤਾਂ ਸਦਾ ਵਾਸਤੇ ਖੁੱਲ੍ਹ ਜਾਣਾ ਹੈ। ਜਦੋਂ ਭਾਈ ਜੇਠਾ ਜੀ ਨੂੰ ਨਾਨੀ ਜੀ ਬਾਸਰ ਕੇ ਪਿੰਡ ਲੈ ਕੇ ਆ ਗਈ, ਉਹ ਵੀ ਕੋਈ ਜ਼ਿਆਦਾ ਅਮੀਰ ਘਰਾਣਾ ਤਾਂ ਹੈ ਨਹੀਂ। ਨਾਨੀ ਨੇ ਰੋਜ਼ ਦੀ ਰੋਜ਼ ਕੁੰਗਣੀਆਂ ਵਾਲ ਕਰਕੇ ਨਾ ਚੰਗੈਰ ਪਰ ਦੇਣੀ। ਭਾਈ ਜੇਠਾ ਜੀ ਉਹਨਾਂ ਕੁੰਗਣੀਆਂ ਨੂੰ ਫਿਰ ਬਾਜ਼ਾਰ ਦੇ ਵਿੱਚ ਵੇਚਿਆ ਕਰਦੇ। ਜੋ ਵੀ ਮਾੜੀ ਮੋਟੀ ਮਾਇਆ ਵੱਟਣੀ ਸ਼ਾਮ ਤੱਕ ਨਾਨੀ ਜੀ ਦੇ ਹੱਥ 'ਤੇ ਜਾ ਕਰਕੇ ਉੱਪਰ ਰੱਖ ਦੇਣੀ। ਕਈ ਦਫਾ ਜਦੋਂ ਭਾਈ ਜੇਠਾ ਜੀ ਨੇ ਨਾ ਜਿਵੇਂ ਕਈ ਐਸੇ ਭਿਖਾਰੀ ਮਿੱਠੀ ਆਵਾਜ਼ ਕਰਦੇ ਹਨ, ਲੋਕਾਂ ਤੋਂ ਮੰਗਣ ਦੇ ਮੱਲੋ ਮਲੀ ਅਗਲਾ ਪੈਸੇ ਦੇਣ ਦੇ ਲਈ ਤਿਆਰ ਹੋ ਜੂ। ਇਹੋ ਜੀ ਮਿੱਠੀ ਧੁਨੀ ਰਸਨਾ ਤੋਂ ਸੁਣ ਕੇ ਰਾਹ ਦੇ ਵਿੱਚ ਜਾਂਦੇ ਹੋਏ ਮੁਸਾਫਰ ਵੀ ਹੈਰਾਨ ਹੋ ਜਾਂਦੇ ਵੀ ਕਿਤਨੀ ਇਹਨਾਂ ਦੀ ਜ਼ੁਬਾਨ ਦੇ ਵਿੱਚ ਨਾ ਪ੍ਰਭੂ ਨੇ ਮਠਿਆਸ ਤੇ ਖਿੱਚ ਭਰੀ ਹੋਈ ਹੈ। ਭਗਤ ਨਾਮਦੇਵ ਜੀ ਨੇ ਵੀ ਜਦੋਂ ਦੇਖਿਆ ਵੀ ਇਹ ਮੁਗਲ ਇੱਥੇ ਕਿਵੇਂ ਚੱਲ ਕਰਕੇ ਆ ਗਿਆ, ਖੂਬ ਤੇਰੀ ਪਗਰੀ ਮਿੱਟੀ ਤੇਰੇ ਮੌਲ ਦਵਾਰਕਾ ਨਗਰੀ ਕਾਇ ਕੇ ਮੁਗਲ ਹੱਲੇ ਜਾਰਾ ਖੁਸ਼ ਖਬਰੀ। ਆਮ ਲੋਕਾਂ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਤਾਂ ਭਗਵਾਨ ਫਿਰਦਾ ਇੱਥੇ ਆ ਕੇ ਗੁਪਤ ਰੂਪ ਦੇ ਵਿੱਚ। ਪਰਖ ਕਿਹਨੇ ਕੀਤੀ? ਭਗਤ ਨਾਮਦੇਵ ਜੀ ਨੇ ਉਸ ਸਮੇਂ ਮਿੱਠ ਬੋਲੜਾ ਜੀ ਔਰ ਸੱਜਣ ਸੁਆਮੀ ਮੋਹਰਾ ਇਹੋ ਜੀ ਮਿੱਠੀ ਬਾਸ ਸੁਣ ਕਰਕੇ ਲੋਕ ਮਨ ਦੇ ਵਿੱਚ ਬੜਾ ਹੈਰਾਨ ਹੋ ਜਾਂਦੇ। ਇੱਕ ਦਿਨ ਇਹੋ ਜਿਹਾ ਸਾਧੂ ਫਕੀਰ ਭਾਈ ਜੇਠਾ ਜੀ ਦੇ ਪਾਸ ਆ ਕੇ, ਅੱਗੇ ਵੀ ਕੋਈ ਅਗਰ ਐਸਾ ਲੋੜਵੰਦ ਗਰੀਬ ਗੁਰਬਾ ਕਿਸੇ ਨੇ ਆ ਕੇ ਕੁੰਗਣੀਆਂ ਮੰਗ ਲਈਆਂ, ਭਾਈ ਜੇਠਾ ਜੀ ਜਵਾਬ ਨਹੀਂ ਸੀ ਦਿੰਦੇ। ਉਹਨਾਂ ਨੂੰ ਮੁੜ ਜਾ, ਮੈਂ ਤਾਂ ਪਹਿਲਾਂ ਹੀ ਗਰੀਬ ਹਾਂ, ਬਗਦਾ ਮਾਰਿਆ ਹੋਇਆ ਨਹੀਂ। ਇੱਕ ਦੋ ਬੁੱਕਾਂ ਉਹਦੀ ਝੋਲੀ ਦੇ ਵਿੱਚ ਪਾਈ ਦੇਣੀਆਂ ਹਨ, ਪਰ ਪਰਮਾਤਮਾ ਨੇ ਸੋਚਿਆ ਵੀ ਇਹਨਾਂ ਨੂੰ ਭੇਜਿਆ ਤਾਂ ਕਿਹੜੇ ਕੰਮ ਸੀ, ਜਾ ਕੇ ਘੁੰਗਣੀਆਂ ਵੇਚਣ ਲੱਗ ਪਏ ਨੇ ਦੁਨੀਆ ਦੇ ਅੰਦਰ। ਸਾਧੂ ਦਾ ਰੂਪ ਧਾਰਨ ਕਰਕੇ ਆਪ ਹੀ ਪਰਮਾਤਮਾ ਆ ਗਿਆ। ਉਸ ਸਮੇਂ ਭਾਈ ਜੇਠਾ ਜੀ ਨੇ ਆਪਣੇ ਸੁਭਾਅ ਦੇ ਮੁਤਾਬਕ 2 ਬੁੱਕਾਂ 4 ਬੁੱਕਾਂ ਉਹਦੀ ਝੋਲੀ ਦੇ ਵਿੱਚ ਜਦੋਂ ਪਾਈਆਂ, ਉਹ ਕਹਿਣ ਲੱਗਿਆ ਵੀ ਦੇਖ, ਇਹ 2-4 ਬੁੱਕਾਂ ਦੇ ਨਾਲ ਮੇਰਾ ਢਿੱਡ ਨਹੀਂ ਭਰਨਾ, ਮੈਨੂੰ ਤਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ।
ਉਸੇ ਵਕਤ ਭਾਈ ਜੇਠਾ ਜੀ ਨੇ ਪਰੀ ਪਰਾਈ ਕੁੰਗਣਿਆਂ ਦੀ ਚੰਗੈਰ ਉਹਦੀ ਝੋਲੀ ਦੇ ਵਿੱਚ ਉਲਟਾਤੀ। ਖਾਲੀ ਹੱਥੀਂ ਚੱਲੇ ਗਏ ਨਾਨੀ ਜੀ ਦੇ ਪਾਸ। ਜਿਵੇਂ ਬਜ਼ੁਰਗ ਮਾਤਾ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਬਣਾਉਣ ਦੇ ਲਈ ਕਈ ਦਫਾ ਹੋ ਜਾਏ ਤਾੜਨਾ ਦੇ ਵੀ ਬਚਨ ਕਰਦੇ ਹਨ। ਭਾਵੇਂ ਨਾਨੀ ਜੀ ਨੇ ਕੋਈ ਦਿਲੋਂ ਲਗਾ ਕੇ ਤਾਂ ਇਹ ਗੱਲ ਕਹੀ ਨਹੀਂ, ਸੁਤੇ ਸਿੱਧ ਕਹਿ ਦਿੱਤਾ ਵੀ ਉਹ ਤਾਂ ਤੂੰ ਭਾਈ ਆਪਣਾ ਘਰ ਹੀ ਬਰਬਾਦ ਕਰ ਦੇਗਾ, ਤੈਨੂੰ ਤਾਂ ਥੋੜ੍ਹੀ ਬਹੁਤੀ ਮਾਇਆ ਵੱਟਣ ਵਾਸਤੇ ਮੈਂ ਬਾਜ਼ਾਰ ਦੇ ਵਿੱਚ ਭੇਜਦੀਆਂ, ਤਾਂ ਨਹੀਂ ਆਪਣਾ ਨਿਰਵਾਹ ਹੋਣਾ, ਜਾ ਚਲਿਆ ਜਾ ਸਾਡੇ ਘਰ ਚੋਂ। ਸੁਣ ਕਰਕੇ ਭਾਈ ਜੇਠਾ ਜੀ ਦੇ ਮਨ ਦੇ ਵਿੱਚ ਬੜੀ ਉਦਾਸੀ ਪੈਦਾ ਹੋ ਗਈ। ਅਚਾਨਕ ਬਹੁਤ ਸਾਰੀਆਂ ਜਿਹੜੀਆਂ ਸੰਗਤਾਂ ਇਕੱਠੀਆਂ ਹੋ ਕੇ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਗੋਇੰਦਵਾਲ ਦੀ ਪਾਵਨ ਧਰਤੀ ਤੇ ਬੜੇ ਪ੍ਰੇਮੀ ਸਤਿਗੁਰੂ ਅਮਰਦਾਸ ਮਹਾਰਾਜ ਦਾ ਦੀਦਾਰ ਕਰਨ ਵਾਸਤੇ ਜਾ ਰਹੇ ਸੀ। ਉਹਨਾਂ ਦੇ ਨਾਲ ਹੀ ਤੁਰ ਪਏ। ਗੋਇੰਦਵਾਲ ਸਾਹਿਬ ਦੇ ਵਿੱਚ ਜਾ ਕਰਕੇ ਐਸੀ ਭਾਈ ਜੇਠਾ ਜੀ ਨੇ ਸੇਵਾ ਕੀਤੀ। ਗੁਰੂ ਸ਼ਰਨ ਦੇ ਵਿੱਚ ਆ ਕਰਕੇ ਉਹਨਾਂ ਨੂੰ ਕਿਹੜੇ ਫਲ ਦੀ ਪ੍ਰਾਪਤੀ ਹੋਈ। ਸਤਿਗੁਰੂ ਜੀ ਨੇ ਬਚਨ ਕੀਤੇ ਹੋਏ ਨੇ ਨਾ, ਹਮ ਰੋਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਭਾਵੇਂ ਉਸ ਟਾਈਮ 'ਤੇ ਹੋਰ ਵੀ ਬੜੇ ਸੋਢ ਬੰਸ ਦੇ ਪਰਿਵਾਰ ਰਹਿੰਦੇ ਹੋਣਗੇ ਲਾਹੌਰ ਸ਼ਹਿਰ 'ਚ, ਕਿਸੇ ਨੇ ਆ ਕਰਕੇ ਨਹੀਂ ਕਿਹਾ ਵੀ ਚੱਲ ਭਾਈ ਕੋਈ ਗੱਲ ਨਹੀਂ ਸਾਡੇ ਪਾਸ ਰਹਿ ਜਾ, ਦੋ ਪ੍ਰਸ਼ਾਦੇ ਸਾਡੇ ਬਾਚੇ ਸਾਦੇ ਨੇ, ਤੂੰ ਵੀ ਨਾਲ ਹੀ ਛਕੀ ਜਾਈ, ਕੋਈ ਗੱਲ ਨਹੀਂ, ਤੇਰਾ ਕੋਈ ਜ਼ਿਆਦਾ ਵੱਡਾ ਖਰਚਾ ਤਾਂ ਹੈ ਨਹੀਂ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰਹਿ ਹਮ ਥਾਪਿਓ ਜੀ। ਭਾਵਨਾ ਦੇ ਨਾਲ ਜਦੋਂ ਭਾਈ ਜੇਠਾ ਜੀ ਨੇ ਕੀਤੀ ਸੇਵਾ, ਇੱਕ ਦਿਨ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੇ ਮਾਲਕ ਬਣ ਗਏ ਸਨ। ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੇ ਸ਼ਰਨ। ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਨ। ਅੱਜ ਦੇ ਦਿਨ ਜੋ ਹੈ ਸਤਿਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਦਿਹਾੜਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਸੰਗਤਾਂ ਬਹੁਤ ਹੀ ਜ਼ਿਆਦਾ ਉਤਸ਼ਾਹ ਦੇ ਸਹਿਤ ਮਨਾਉਂਦੀਆਂ ਨੇ। ਜਿਵੇਂ ਹੁੰਦੀਆਂ ਨੇ ਆ ਅੱਗੇ ਦੀਵਾਲੀ ਦੇ ਮੌਕੇ ਸੰਗਤਾਂ ਦੀਆਂ ਰੌਣਕਾਂ ਅੱਜ ਵੀ ਉਸ ਪਾਵਨ ਸਥਾਨ 'ਤੇ ਪਤਾ ਨਹੀਂ ਕਿਤਨੇ ਪ੍ਰੇਮੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕਰਕੇ ਬੜੀਆਂ ਖੁਸ਼ੀਆਂ ਮਨਾਉਂਦੇ ਹਨ। ਜਿਸ ਤਰ੍ਹਾਂ ਦੀਵਾਲੀ ਦੇ ਦਿਨਾਂ 'ਚ ਚਾਰੇ ਪਾਸੇ ਲੜੀਆਂ ਲਗਾ ਕਰਕੇ ਬੜੀ ਸੋਹਣੀ ਮਨ ਦੇ ਵਿੱਚ ਖਿੱਚ ਪੈਦਾ ਕਰਨ ਵਾਲੇ ਡੈਕੋਰੇਸ਼ਨ ਕੀਤੀ ਜਾਂਦੀ ਹੈ। ਆਤਿਸ਼ਬਾਜ਼ੀ ਵੀ ਚਲਾਉਂਦੇ ਹਨ ਚਾਰੇ ਡਿਓੜੀਆਂ ਦੇ ਉੱਪਰਲੇ ਪਾਸੇ। ਇਸੇ ਤਰ੍ਹਾਂ ਜਿਹੜਾ ਸਤਿਗੁਰੂ ਰਾਮਦਾਸ ਮਹਾਰਾਜ ਦਾ ਅਵਤਾਰ ਦਿਹਾੜਾ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਦੇ ਸਹਿਤ ਬਹੁਤ ਹੀ ਜ਼ਿਆਦਾ ਧੂਮ ਧਾਮ ਔਰ ਬੜੇ ਉਤਸ਼ਾਹ ਦੇ ਨਾਲ ਸੰਗਤਾਂ ਜਾ ਕਰਕੇ ਮਨਾਉਂਦੀਆਂ ਹਨ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰੈ ਕੀ ਨਿਧਾਨਾ। ਸੋ ਸਾਰੀਆਂ ਸੰਗਤਾਂ ਨੂੰ ਸੋਢੀ ਸੁਲਤਾਨ ਸਤਿਗੁਰੂ ਰਾਮਦਾਸ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ
ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ। ਜਿਹੜਾ ਵੀ ਜਾਂਦਾ ਹੈ ਦਰਸ਼ਨ ਕਰਨ ਦੇ ਲਈ, ਉਹਦੀ ਰਸਨਾ ਤੋਂ ਕਿਹੋ ਜਿਹੇ ਵਚਨ ਨਿਕਲਦੇ ਨੇ ਨਾ, ਬੜੇ ਪ੍ਰੇਮ ਦੇ ਭਰਿਆ। ਸਾਰੀ ਕਹਿੰਦੇ ਨੇ ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਤਾਂ ਦੁਨੀਆ ਭਰ ਦੇ ਕੋਈ ਵੀ ਹੋਵੇ, ਚਾਹੇ ਧਰਮ ਪੱਖ ਦੇ ਵੱਲੋਂ ਕੋਈ ਮੰਨੀ ਪਰਮੰਨੀ ਮਾਨ ਹਸਤੀ, ਚਾਹੇ ਹੈ ਰਾਜਨੀਤਿਕ ਪੱਖ ਤੋਂ ਕੋਈ ਐਸਾ ਜਿਸ ਨੂੰ ਮਾਣ ਸਤਿਕਾਰ ਸੰਸਾਰ ਦੇ ਵਿੱਚ ਪ੍ਰਾਪਤ ਹੋਇਆ, ਉਹਨਾਂ ਦੇ ਮਨ ਦੇ ਵਿੱਚ ਹੀ ਆਪਣੇ ਆਪ ਹੀ ਇਹ ਖਿਆਲ ਪੈਦਾ ਹੋ ਜੂ ਵੀ ਚਲੋ ਸਤਿਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਮੈਂ ਵੀ ਜਾ ਕੇ ਮੱਥਾ ਟੇਕਣਾ, ਸੀਸ ਝੁਕਾਉਣਾ। ਸੋ ਹੁਣ ਜਿਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਗਲੇ ਨਗਰ ਨਿਵਾਸੀਆਂ ਨੂੰ ਵੀ ਉਪਦੇਸ਼ ਬਖਸ਼ਣਾ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾਂ ਤਾਈ ਨੇ ਹਾਲ ਕਰ ਰਹੇ ਨੇ। ਸੰਤ ਸੇਬ ਮਹਿ ਤਬ ਮਨ ਰਾਤਾ, ਸਤ ਨਾਮ ਜਪ ਅਬ ਸੁਖ ਦਾਤਾ। ਸੰਤ ਸੇਬ ਮਹਿ ਤਬ ਮਨ ਰਾਤਾ, ਸਤ ਨਾਮ ਜਪ ਅਬ ਸੁਖ ਦਾਤਾ। ਏ ਚੌਥੇ ਪਾਰ ਬ੍ਰਹਮ ਅਬਨਾਸੀ ਅਗਨਾਸ, ਸਰਬ ਮੈਂ ਦੁਖ ਭੰਜਨ ਗੁਣ ਤਾਸ।